ਸਵਾਗਤ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਡੀਡੀ ਪੰਜਾਬੀ ਤੇ ਬਹੁਤ ਹੀ ਖਾਸ ਪ੍ਰੋਗਰਾਮ ਉਮਰਾਂ ਦੇ ਪੈਂਡੇ। ਮੈਂ ਕਮਲਪ੍ਰੀਤ ਕੌਰ ਲੈ ਕੇ ਹਾਜ਼ਰ ਹੋ ਗਈ ਹਾਂ। ਕਹਿੰਦੇ ਨੇ ਜਦੋਂ ਇਨਸਾਨ ਆਪਣੀਆਂ ਬੀਤੇ ਹੋਏ ਸਮੇਂ ਨੂੰ ਯਾਦ ਕਰਦਾ ਹੈ, ਬਹੁਤ ਸਾਰੀਆਂ ਗੱਲਾਂ ਉਸ ਨੂੰ ਚੇਤੇ ਆ ਜਾਂਦੀਆਂ ਨੇ। ਕੁਝ ਗੱਲਾਂ ਯਾਦਾਂ ਜਿਹੜੀਆਂ ਹੁੰਦੀਆਂ ਨੇ ਉਹ ਬਣ ਕੇ ਕਦੀ ਅੱਖਾਂ ਨਮ ਕਰ ਜਾਂਦੀਆਂ ਨੇ, ਕਦੀ ਚਿਹਰਿਆਂ ਤੇ ਮੁਸਕਰਾਹਟ ਬਣ ਜਾਂਦੀ ਹੈ। ਉਮਰਾਂ ਦੇ ਪੈਂਡੇ ਉਹ ਪ੍ਰੋਗਰਾਮ ਜਿਸ ਦੇ ਵਿੱਚ ਇੱਕ ਖਾਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕੀਤਾ ਜਾਂਦਾ ਹੈ। ਜਦੋਂ ਇਨਸਾਨ ਵੱਡਾ ਹੋ ਜਾਂਦਾ ਹੈ, ਯਾਨੀ ਕਿ ਜਵਾਨੀ ਵੇਲੇ ਹੁੰਦਾ ਹੈ, ਬਚਪਨ ਯਾਦ ਕਰਦਾ ਹੈ। ਜਦੋਂ ਬੁਢਾਪੇ ਵਿੱਚ ਆ ਜਾਂਦਾ ਹੈ ਤੇ ਜਵਾਨੀ ਦੀਆਂ ਗੱਲਾਂ ਨੂੰ ਯਾਦ ਕਰਦਾ ਹੈ। ਬਸ ਅੱਜ ਗੱਲਾਂ ਅਸੀਂ ਇਹੀ ਕਰਨੀਆਂ ਨੇ। ਬਹੁਤ ਹੀ ਖਾਸ ਸ਼ਖਸੀਅਤ ਸਾਡੇ ਵਿਚਕਾਰ ਹੈ, ਉਹਨਾਂ ਦੇ ਐਕਸਪੀਰੀਅੰਸ ਤੋਂ ਜਾਣਨਾ ਹੈ ਅਸੀਂ, ਉਹਨਾਂ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਤੋਂ ਅਸੀਂ ਜਾਣਕਾਰੀ ਹਾਸਲ ਕਰਨੀ ਹੈ ਕਿ ਕਿੱਦਾਂ ਉਹਨਾਂ ਨੇ ਆਪਣੀ ਇਸ ਜ਼ਿੰਦਗੀ ਨੂੰ ਬਹੁਤ ਸੋਹਣਾ ਬਣਾ ਲਿਆ ਹੈ। ਉਮਰਾਂ ਦੇ ਪੈਂਡੇ ਵਿੱਚ ਅਸੀਂ ਨਿੱਘਾ ਜੀ ਆਇਆਂ ਨੂੰ ਆਖਦੇ ਹਾਂ ਰਿਟਾਇਰਡ ਆਈਜੀ ਮਧੂਸੂਦਨ ਸ਼ਰਮਾ ਜੀ ਦਾ। ਬਹੁਤ ਬਹੁਤ ਧੰਨਵਾਦ ਜੀ। ਸਰ, ਸਾਡਾ ਪ੍ਰੋਗਰਾਮ ਉਮਰਾਂ ਦੇ ਪੈਂਡੇ, ਜਿੱਥੇ ਤੁਹਾਡੀ ਅੱਜ ਪੂਰੀ ਜੀਵਨੀ ਬਾਰੇ ਗੱਲਾਂ ਕਰਨੀਆਂ ਨੇ, ਬਹੁਤ ਕੁਝ ਤੁਹਾਡੇ ਕੋਲ ਸਿੱਖ ਕੇ ਵੀ ਜਾਣਾ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਿਛੋਕੜ ਦੀ। ਪਿਛੋਕੜ ਦੀ ਗੱਲ ਕਰੀਏ ਤੇ ਮੇਰਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਹਿਸੀਲ ਦਸੂਹਾ ਦੇ ਕਮਾਹੀ ਦੇਵੀ ਦੇ ਨੇੜੇ ਪਿੰਡ ਚਮੂਹੀ 'ਚ ਹੋਇਆ ਜੀ। ਤੇ ਮੇਰੀ ਸਕੂਲਿੰਗ DAV ਹਾਇਰ ਸੈਕੰਡਰੀ ਸਕੂਲ ਦਸੂਹਾ ਵਿੱਚ ਹੋਈ ਤੇ ਗ੍ਰੈਜੂਏਸ਼ਨ ਮੈਂ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਤੋਂ ਕੀਤੀ 1983 ਦੇ ਵਿੱਚ। ਤੁਹਾਡੇ ਬਚਪਨ 'ਚ ਤੁਹਾਡੇ ਰਿਸ਼ਤੇ, ਤੁਹਾਡੇ ਘਰ ਪਰਿਵਾਰ ਦੇ ਵਿੱਚ ਕੌਣ ਸੀ? ਸਾਡੇ ਘਰ ਦੇ ਵਿੱਚ ਮੇਰੇ ਮਾਤਾ ਪਿਤਾ, ਮੈਂ ਸਾਰਿਆਂ ਨਾਲੋਂ ਵੱਡਾ ਮੈਂ ਸੀਗਾ ਘਰ ਦੇ ਵਿੱਚ, ਇੱਕ ਮੇਰਾ ਛੋਟਾ ਬ੍ਰਦਰ। ਹੁਣ ਮਾਤਾ ਪਿਤਾ ਗੁਜ਼ਰ ਚੁੱਕੇ ਨੇ ਤੇ ਇਸ ਵੇਲੇ ਮੈਂ ਤੇ ਮੇਰਾ ਬ੍ਰਦਰ, ਉਹਨਾਂ ਦੀ ਫੈਮਿਲੀ, ਅਸੀਂ ਟੋਟਲ 6 ਜਣੇ ਜਲੰਧਰ ਦੇ ਵਿੱਚ ਇੱਕੋ ਛੱਤ ਦੇ ਅੰਡਰ ਅਸੀਂ ਰਹਿ ਰਹੇ ਹਾਂ। ਘਰ ਪਰਿਵਾਰ ਦੇ ਬਾਰੇ ਤੁਸੀਂ ਦੱਸਿਆ, ਔਰ ਜਦੋਂ ਕਹਿੰਦੇ ਇਨਸਾਨ ਨਾ ਜਵਾਨੀ ਦੇ ਵਿੱਚ ਆਉਂਦਾ ਹੈ, ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜ਼ਿੰਦਗੀ ਦੇ ਵਿੱਚ ਇੱਕ ਪਿੰਡ ਤੋਂ ਉੱਠ ਕੇ ਤੁਸੀਂ ਐਡੀ ਵੱਡੀ ਰਿਸਪੌਂਸਿਬਿਲਟੀ ਸੰਭਾਲੀ ਹੈ। ਉਹ ਸਫ਼ਰ ਬਹੁਤ ਸੋਹਣਾ ਹੋਏਗਾ। ਉਹ ਸਫ਼ਰ ਦੇ ਵਿੱਚ ਕੁਝ ਯਾਦਾਂ ਮਿੱਠੀਆਂ ਵੀ ਹੋਣਗੀਆਂ, ਕੁਝ ਐਕਸਪੀਰੀਅੰਸ ਕੌੜੇ ਵੀ ਹੋਣਗੇ। ਯਾਦਾਂ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦੀ ਹਾਂ ਕਿ ਆਪਣੀ ਸਟੱਡੀ ਤੁਸੀਂ ਕੰਪਲੀਟ ਕਰਕੇ ਉਸ ਤੋਂ ਬਾਅਦ ਕੀ ਪਲਾਨ ਕੀਤਾ ਸੀ ਕਿ ਤੁਸੀਂ ਇਹ ਡਿਫੈਂਸ ਸਰਵਿਸ ਦੇ ਵਿੱਚ ਆਉਣਾ ਹੀ ਆਉਣਾ ਆ? ਮੈਂ ਆਪਣਾ ਕਾਲਜ ਕਰਨ ਤੋਂ ਬਾਅਦ, ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮੈਂ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਵਿੱਚ ਲਾਅ ਕਰ ਰਿਹਾ ਸੀਗਾ ਜੀ। ਤੇ ਇਸ ਦੌਰਾਨ ਮੈਨੂੰ ਇੱਕ ਮੌਕਾ ਮਿਲਿਆ ਪੂਨੇ ਦੇ ਵਿੱਚ ਆਰਮੀ ਕੰਟੋਨਮੈਂਟ ਵਿੱਚ ਰਹਿਣ ਲਈ 2 ਦਿਨ ਦੇ ਲਈ। ਜਦੋਂ ਮੈਂ ਉੱਥੇ ਰਹਿ ਕੇ ਵਾਪਸ ਆਇਆ ਤੇ ਮੈਂ ਡਿਸਾਈਡ ਕਰ ਲਿਆ ਕਿ ਮੈਂ ਫੋਰਸਿਸ ਵਿੱਚ ਜਾਵਾਂਗਾ। ਮੈਂ ਵਾਪਸ ਆਇਆ, ਮੈਂ ਆਪਣੇ ਹੋਸਟਲ 'ਚ ਗਿਆ ਤੇ ਆਪਣੇ ਜਿਹੜੇ ਕੁਲੀਗ ਸੀਗੇ, ਜਿਹੜੇ ਹੋਸਟਲ ਦੇ ਨਾਲ ਮੁੰਡੇ ਰਹਿੰਦੇ ਸੀਗੇ, ਜਿਹੜੇ ਉੱਥੇ ਪੜ੍ਹਦੇ ਸੀਗੇ, ਉਹਨਾਂ ਨਾਲ ਗੱਲ ਕੀਤੀ, ਜਿਹੜੇ ਕਿ ਆਲਰੇਡੀ ਆਰਮੀ, BSF, CRP, ITBP ਲਈ ਤਿਆਰੀ ਕਰ ਰਹੇ ਸੀਗੇ। ਫਿਰ ਆਪਾਂ ਸਾਰਿਆਂ ਨੇ ਮਿਲ ਕੇ ਲਗਭਗ 25 ਮੁੰਡੇ ਸੀਗੇ ਅਸੀਂ, ਜਿਨ੍ਹਾਂ ਨੇ ਫੋਰਸਿਸ ਲਈ ਤਿਆਰੀਆਂ ਸ਼ੁਰੂ ਕੀਤੀਆਂ ਜੀ 84 ਦੇ ਵਿੱਚ। ਤੇ 85 ਦੇ ਵਿੱਚ ਸਾਡਾ ਫਿਰ ਟੈਸਟ ਹੋਇਆ ਤੇ ਉਹਨਾਂ ਵਿੱਚੋਂ 25 ਦੇ ਵਿੱਚੋਂ ਅਸੀਂ 2 ਮੁੰਡੇ ਬੜੇ ਖੁਸ਼ਕਿਸਮਤ ਨਿਕਲੇ ਕਿ ਪਹਿਲੀ ਵਾਰ ਹੀ ਸਾਡਾ ਸਿਲੈਕਸ਼ਨ BSF ਵਿੱਚ ਹੋ ਗਿਆ।
ਕਿਆ ਅਸੀਂ ਜਾ ਕੇ 1986 ਦੇ ਵਿੱਚ ਅਸੀਂ ਫੋਰਸ ਨੂੰ ਜੁਆਇਨ ਕਰ ਲਿਆ। ਤੇ ਉਸ ਸਮੇਂ ਪਰਿਵਾਰ ਦੀ ਕੀ ਤੁਹਾਨੂੰ ਪੂਰੀ ਦੀ ਪੂਰੀ ਸਪੋਰਟ ਸੀ? ਪਰਿਵਾਰ ਦੀ ਪੂਰੀ ਸਪੋਰਟ ਸੀਗੀ, ਲੇਕਿਨ ਮੈਂ ਪਰਿਵਾਰ ਨੂੰ, ਮਾਤਾ ਪਿਤਾ ਉਸ ਵੇਲੇ ਪੰਜਾਬ 'ਚ ਸੀਗੇ, ਇਹਨਾਂ ਨੂੰ ਮੈਂ ਦੱਸਿਆ ਨਹੀਂ ਸੀਗਾ ਕਿ ਮੈਂ ਤਿਆਰੀਆਂ ਕਰ ਰਿਹਾ ਇਸ ਚੀਜ਼ ਦੀਆਂ। ਓਕੇ। ਉਸ ਵੇਲੇ ਸੋਸ਼ਲ ਮੀਡੀਆ ਵੀ ਨਹੀਂ ਸੀਗਾ, ਇੰਟਰਨੈਟ ਵੀ ਨਹੀਂ ਸੀਗਾ, ਤੇ ਅਸੀਂ ਜਿਹੜੇ ਮੁੰਡੇ ਸੀਗੇ ਆਪਸ 'ਚ ਮਿਲ ਕੇ ਹੋਸਟਲ ਦੇ ਵਿੱਚ ਬੁੱਕਸ ਸੀਗੀਆਂ, ਸਟੱਡੀ ਮਟੀਰੀਅਲ ਹੁੰਦਾ ਸੀਗਾ, ਉਹਦੇ ਨਾਲ ਅਸੀਂ ਤਿਆਰੀ ਕਰਦੇ ਸੀਗੇ, ਫਿਜ਼ੀਕਲੀ ਤਿਆਰੀ ਕਰਦੇ ਸੀਗੇ, ਕਿਉਂਕਿ ਜੇ ਫਿਜ਼ੀਕਲ ਦੀ ਜ਼ਰੂਰਤ ਹੁੰਦੀ ਹੈ, ਫਿਜ਼ੀਕਲ ਟੈਸਟ ਹੁੰਦਾ, ਉਹਦੀ ਤਿਆਰੀਆਂ ਕਰਦੇ ਸੀਗੇ। ਲੇਕਿਨ ਸਾਨੂੰ ਪਤਾ ਕਿ ਅਸੀਂ ਰਾਤ ਰਹਿ ਕੇ ਜਾਗਦੇ ਸੀਗੇ, ਪੜ੍ਹਦੇ ਸੀਗੇ, ਸਵੇਰੇ ਉੱਠ ਕੇ ਆਪਾਂ ਫਿਜ਼ੀਕਲੀ ਤਿਆਰੀ ਕਰਦੇ ਸੀਗੇ, ਤੇ ਅਲਟੀਮੇਟਲੀ ਸਾਨੂੰ ਦੋਨਾਂ ਨੂੰ ਮੌਕਾ ਮਿਲਿਆ ਜੁਆਇਨ ਕਰਨ ਦਾ ਉਸ ਵੇਲੇ ਉਸ ਹੋਸਟਲ ਦੇ ਵਿੱਚੋਂ। ਪਾਸ ਆਊਟ ਹੋਣ ਤੋਂ ਬਾਅਦ ਮੇਰੀ ਪਹਿਲੀ ਪੋਸਟਿੰਗ ਐਜ਼ ਅ ਅਸਿਸਟੈਂਟ ਕਮਾਂਡੈਂਟ ਹੋਈ ਬੰਗਾਲ ਦੇ ਵਿੱਚ। ਓਕੇ। ਮੈਂ ਉੱਥੇ ਰਿਹਾ। ਫਿਰ ਉਸ ਤੋਂ ਬਾਅਦ J&K ਹਾਈ ਐਲਟੀਚਿਊਡ ਚਲਾ ਗਿਆ, ਹਾਈ ਐਲਟੀਚਿਊਡ ਤੋਂ ਫਿਰ ਰੇਗਿਸਤਾਨ ਰਾਜਸਥਾਨ ਦੇ ਵਿੱਚ, ਨਾਰਥ ਈਸਟ ਵਿੱਚ ਰਿਹਾ ਮੈਂ। ਜਿੱਦਾਂ ਕਿ ਮੈਂ ਪਹਿਲੇ ਦੱਸਿਆ ਕਿ ਆਲਮੋਸਟ 26 ਸਟੇਟਸ ਦੇ ਵਿੱਚ ਮੈਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਵਿਸ ਕੀਤੀ। ਕੋਈ ਐਦਾਂ ਲੱਗਦਾ ਹੋਵੇ ਕਿ ਦਿਲ ਦੇ ਕਰੀਬ ਹੈ ਕੁਝ ਯਾਦ ਜਿਹੜੀ ਹੈ, ਜਾਂ ਕੁਝ ਐਦਾਂ ਦੀ ਯਾਦ ਹੈਗੀ ਆ ਜਿਹੜਾ ਬੰਦੇ ਨੂੰ ਹਮੇਸ਼ਾ ਉਹ ਜਦੋਂ ਉੱਥੇ ਕਿਤੇ ਵੀ ਤੁਸੀਂ ਜਾਂਦੇ ਹੋ ਉਹ ਯਾਦਾਂ ਬਣ ਕੇ ਅੱਖਾਂ ਦੇ ਸਾਹਮਣੇ ਘੁੰਮਣਾ ਸ਼ੁਰੂ ਹੋ ਜਾਂਦੀਆਂ ਨੇ? ਦੇਖੋ, ਹਿੰਦੁਸਤਾਨ ਇੱਕ ਵਿਭਿੰਨਤਾ ਦਾ ਦੇਸ਼ ਹੈਗਾ। ਹਾਂਜੀ। ਅਲੱਗ-ਅਲੱਗ ਕਲਚਰ ਹੈ, ਅਲੱਗ-ਅਲੱਗ ਪਹਿਰਾਵਾ ਹੈ, ਰਹਿਣ ਸਹਿਣ ਹੈ, ਖਾਣ ਪਾਨ ਹੈ, ਬੋਲੀ ਭਾਸ਼ਾ ਅਲੱਗ-ਅਲੱਗ ਹੈ। ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਮੈਨੂੰ ਬਹੁਤ ਖੁਸ਼ੀ ਹੈ, ਬਹੁਤ ਖੁਸ਼ਕਿਸਮਤ ਹੈ, ਮੈਂ ਇਹਨਾਂ ਸਾਰੀਆਂ ਸਟੇਟਸ ਦੀਆਂ ਭਾਸ਼ਾ ਵੀ ਇੰਜੋਏ ਕੀਤੀ, ਖਾਣ ਪਾਨ ਵੀ ਇੰਜੋਏ ਕੀਤਾ, ਇਹਦੀ ਬੋਲੀ ਵੀ ਇੰਜੋਏ ਕੀਤੀ। ਔਰ ਸਿਰਫ ਆਂਧਰਾ, ਤਮਿਲ ਔਰ ਮਲਿਆਲਮ ਛੱਡ ਕੇ ਲਗਭਗ ਹਰ ਬੋਲੀ ਨੂੰ ਮੈਂ ਸਮਝ ਆਉਂਦਾ ਸੀਗਾ। ਬੰਗਲਾ ਮੈਂ ਬੜੀ ਅੱਛੀ ਤਰ੍ਹਾਂ ਬੋਲ ਲੈਣਾ, ਸਮਝ ਲੈਣਾ, ਸਿਰਫ ਲਿਖ ਨਹੀਂ ਪਾਉਂਦਾ ਮੈਂ। ਇਹਨਾਂ ਦਾ ਖਾਣ ਪਾਨ ਜਿਹੜਾ ਹੈ ਉਹ ਵੀ ਇੰਜੋਏ ਕੀਤਾ ਮੈਂ ਸਾਰਾ, ਪੂਰਾ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੇ ਭੁਜ ਤੋਂ ਲੈ ਕੇ ਨਾਰਥ ਈਸਟ ਤੱਕ। ਮੈਂ ਇੱਥੇ ਇੱਕ ਹੋਰ ਗੱਲ ਐਡ ਕਰਨਾ ਚਾਹਾਂਗਾ ਕਿ ਜਦੋਂ ਮੇਰਾ ਬੇਟਾ ਸਕੂਲ 'ਚ ਗਿਆ, ਉਹ ਵੀ ਹੁਣ ਮਲਟੀਲਿੰਗੁਅਲ ਹੈ। ਉਹਨੇ ਸਾਰਿਆਂ ਨਾਲੋਂ ਪਹਿਲੇ ਹਿੰਦੀ ਸਿੱਖੀ, ਕਿਉਂਕਿ ਦਿੱਲੀ 'ਚ ਪੜ੍ਹਦਾ ਸੀਗਾ, ਫਿਰ ਉਹਨੇ ਕੰਨੜਾ ਸਿੱਖੀ, ਕੰਨੜਾ ਤੋਂ ਬਾਅਦ ਉੜੀਆ ਸਿੱਖੀ, ਬੰਗਾਲੀ ਸਿੱਖੀ, ਤੇ ਹੁਣ ਪੰਜਾਬੀ ਸਿੱਖ ਰਿਹਾ। ਵਿਆਹ ਕਿਹੜੀ ਉਮਰ ਦੇ ਵਿੱਚ ਹੋਇਆ ਸੀ, ਤੇ ਜਦੋਂ ਰਿਸ਼ਤਾ ਹੋਣਾ ਸੀ ਤੇ ਕਈ ਵਾਰ ਜਿਹੜੇ ਕੁੜੀ ਵਾਲੇ ਹੁੰਦੇ ਨੇ ਕਿ ਸਾਡੀ ਕੁੜੀ ਇਕੱਲੀ ਰਹੇਗੀ, ਜਾਂ ਪੋਸਟਾਂ ਜਿਹੜੀਆਂ ਨੇ ਅਲੱਗ-ਅਲੱਗ ਜਗ੍ਹਾ ਤੇ ਟ੍ਰਾਂਸਫਰ ਵੀ ਹੋ ਜਾਂਦੀਆਂ ਨੇ, ਹੈ ਨਾ? ਸੋ ਉਸ ਸਮੇਂ ਦਾ ਮਾਹੌਲ ਜਾਂ ਵਿਆਹ ਦਾ ਜਿਹੜਾ ਟਾਈਮ ਸੀਗਾ ਉਹ ਕਿਸ ਤਰ੍ਹਾਂ ਦਾ ਸੀ? ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਇਹਨਾਂ ਨੂੰ ਪਹਿਲੇ ਕਲੀਅਰ ਕਰਤਾ ਸੀਗਾ ਕਿ ਸਾਡੀ ਜੌਬ ਇੱਦਾਂ ਦੀ ਹੈਗੀ ਹੈ, ਕਿਤੇ ਹੋ ਸਕਦਾ ਕਿਸੇ ਵੇਲੇ ਨਾਲ ਰਹਿਣਾ ਪਵੇ, ਕਿਸੇ ਵੇਲੇ ਨਾਲ ਨਾ ਰਹਿਣਾ ਪਵੇ। ਹਾਂਜੀ। ਬਟ ਅਲਟੀਮੇਟਲੀ ਇਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਅਸੀਂ ਸਾਰੇ ਸੰਭਾਲ ਲਾਵਾਂਗੇ। ਲੇਕਿਨ ਉਹ ਵੀ ਮੇਰੇ ਨਾਲ, ਜਿਹੜੀ ਮੇਰੀ ਅਰਧਾਂਗਨੀ ਹੈ, ਮੇਰੀ ਬੈਟਰ ਹਾਫ ਹੈ, ਉਹ ਵੀ ਮੇਰੇ ਨਾਲ ਦੀਵਾਰ ਦੀ ਤਰ੍ਹਾਂ ਮੇਰੇ ਨਾਲ ਖੜੀ ਰਹੀ। ਫਿਰ ਹਾਲਾਂਕਿ ਸ਼ੁਰੂਆਤੀ ਦਿਨਾਂ 'ਚ, ਕਿਉਂਕਿ ਮੈਂ ਵੀ ਯੰਗ ਅਫਸਰ ਸੀਗਾ, ਤੇ ਸ਼ੁਰੂਆਤੀ ਦਿਨਾਂ 'ਚ ਅਸੀਂ ਇਕੱਠੇ ਨਹੀਂ ਰਹੇ। ਲੇਕਿਨ ਉਸ ਤੋਂ ਬਾਅਦ ਆਲਮੋਸਟ ਅਸੀਂ ਇਕੱਠੇ ਰਹੇ ਫਿਰ। ਅੱਛਾ ਜੀ। ਠੀਕ ਹੈ, ਮਤਲਬ ਜਿੱਥੇ ਜੌਬ ਤੁਹਾਡੀ ਹੁੰਦੀ ਸੀ ਉੱਥੇ ਨਾਲ ਹੀ ਮੈਮ ਹੁੰਦੇ ਸੀ ਨਾ? ਲਗਭਗ ਸ਼ੁਰੂਆਤੀ ਦਿਨਾਂ 'ਚ ਮੈਂ ਜਿੱਦਾਂ ਦੱਸਿਆ 5-6 ਸਾਲ ਇਕੱਠੇ ਨਹੀਂ ਰਹਿ ਪਾਏ। ਬਾਕੀ ਉਸ ਤੋਂ ਬਾਅਦ ਆਲਮੋਸਟ ਜਿੱਥੇ ਵੀ ਮੈਂ ਗਿਆ ਮੈਂ ਨਾਲ ਰਿਹਾ। ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਕਿ ਚਟਾਨ ਵਾਂਗੂ ਮੇਰੇ ਨਾਲ ਰਿਹਾ ਮੇਰਾ ਪਰਿਵਾਰ। ਮੈਨੂੰ ਯਾਦ ਹੈ ਅੱਜ ਤੋਂ ਕੋਈ 10 ਸਾਲ ਪਹਿਲੇ ਮੈਂ ਆਪਣੇ ਫਾਦਰ ਨੂੰ ਕਿਹਾ, ਮਦਰ ਨੂੰ ਕਿਹਾ, ਕਿ ਵਾਈਫ ਨੂੰ ਵੀ ਕਿਹਾ ਕਿ ਮੈਂ ਪੰਜਾਬ ਦੀ ਟਰਾਈ ਕਰਾਂ, ਜੇ ਮੈਂ ਐਪਲੀਕੇਸ਼ਨ ਦੇਵਾਂ ਤੇ ਪੰਜਾਬ ਦੀ ਟਰਾਈ ਕਰਦਾ ਪੰਜਾਬ, ਕਿਉਂਕਿ ਮੈਂ ਪੰਜਾਬ 'ਚ ਰਿਹਾ ਨਹੀਂ ਸੀ ਕਦੇ। ਤੇ ਮੇਰੇ ਫਾਦਰ ਨੇ ਤੇ ਮਦਰ ਨੇ ਮੈਨੂੰ ਕਿਹਾ ਸੀਗਾ ਕਿ ਕਾਕਾ ਰੱਬ ਤੈਨੂੰ ਲੰਬੀ ਉਮਰ ਦੇਵੇ, ਤੂੰ ਰਿਟਾਇਰਮੈਂਟ ਤੋਂ ਬਾਅਦ ਪੰਜਾਬ 'ਚ ਹੀ ਰਹਿਣਾ, ਸਾਰੀ ਉਮਰ ਰਹਿਣਾ, ਤੂੰ ਬਾਹਰ ਰਹਿ, ਬਾਹਰ ਘੁੰਮ ਫਿਰ ਲੈ, ਅਸੀਂ ਵੀ ਤੇਰੇ ਕੋਲ ਆਵਾਂ ਕਰਾਂਗੇ ਤੇ ਅਸੀਂ ਵੀ ਘੁੰਮ ਫਿਰ ਲਵਾਂਗੇ ਪੂਰਾ ਹਿੰਦੁਸਤਾਨ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਲਗਭਗ ਕੋਈ ਇੱਕ ਅੱਧੀ ਜਗ੍ਹਾ ਮੇਰੀ ਪੋਸਟਿੰਗ ਦੀ ਉਹਨਾਂ ਨੇ ਛੱਡੀ ਹੋਣੀ ਹੈ, ਮੇਰੇ ਮਾਤਾ ਪਿਤਾ ਨੇ ਜਾਂ ਇਹਨਾਂ ਨੇ ਬ੍ਰਦਰ ਨੇ, ਉਹਦੀ ਵਾਈਫ ਨੇ ਜਾਂ ਪਰਿਵਾਰ ਨੇ, ਲਗਭਗ ਹਰ ਜਗ੍ਹਾ ਮੇਰੇ ਕੋਲ ਆਏ, ਹਰ ਜਗ੍ਹਾ ਆ ਕੇ ਉਹਨਾਂ ਨੇ ਘੁੰਮਿਆ ਫਿਰੇ। ਓਕੇ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਤਾਂ ਅਸੀਂ ਦੇਖਿਆ ਜਾਵੇ ਇੰਨਾ ਜ਼ਿਆਦਾ ਤੁਸੀਂ ਕਹਿ ਰਹੇ ਹੋ ਕਿ ਆਪਾਂ ਗੱਲ ਨਹੀਂ ਕਰ ਪਾਉਂਦੇ ਸੀ, ਜਿੱਦਾਂ ਅੱਜ ਕੱਲ੍ਹ ਵੀਡੀਓ ਕਾਲ ਕਰਕੇ ਅਸੀਂ ਦੇਖ ਲੈਂਦੇ ਹਾਂ, ਗੱਲ ਕਰ ਲੈਂਦੇ ਹਾਂ, ਆਪਣੀਆਂ ਜੋ ਵੀ ਇਮੋਸ਼ਨਸ ਨੇ ਘਰ ਪਰਿਵਾਰ ਦੇ ਵਿੱਚ ਜੋ ਕੁਝ ਵੀ ਹੁੰਦਾ ਹੈ ਝੱਟ ਪਤਾ ਲੱਗ ਜਾਂਦਾ ਹੈ। ਅਤੇ ਤੁਸੀਂ ਕਿੰਨੀ ਕੁ ਦੇਰ ਬਾਅਦ ਛੁੱਟੀ 'ਤੇ ਆਉਂਦੇ ਸੀ ਇਹਨਾਂ ਨੂੰ ਮਿਲਣ, ਔਰ ਕਿੰਨਾ ਕੁ ਟਾਈਮ ਇਹਨਾਂ ਦੇ ਪਰਿਵਾਰ ਦੇ ਨਾਲ ਸਪੈਂਡ ਕਰਦੇ ਰਹੇ? ਸ਼ੁਰੂਆਤੀ ਦਿਨਾਂ 'ਚ ਕਿਉਂਕਿ ਸਾਨੂੰ ਸਾਲ 'ਚ 2 ਜਾਂ 3 ਵਾਰੀ ਛੁੱਟੀ ਮਿਲਦੀ ਸੀਗੀ, ਲੰਬੀ ਤੇ ਛੋਟੀ, ਉਹਨਾਂ ਵਿੱਚ ਆਉਂਦਾ ਸੀਗਾ, ਮੈਂ ਪਰਿਵਾਰ ਨੂੰ ਮਿਲਣ ਆਉਂਦਾ ਸੀਗਾ। ਖਾਸ ਕਰ ਜਦੋਂ ਮੈਂ ਹਾਈ ਐਲਟੀਟਿਊਡ 'ਤੇ ਸੀਗਾ, ਉੱਥੇ ਨੌਨ ਫੈਮਿਲੀ ਸਟੇਸ਼ਨ ਹੁੰਦਾ। ਓਕੇ। ਤਾਂ ਉੱਥੇ ਫੈਮਲੀਜ਼ ਨਹੀਂ ਰਹਿ ਸਕਦੀਆਂ ਜਾਂ ਕੋਈ ਪਰਿਵਾਰ ਵਿਜ਼ਿਟ ਨਹੀਂ ਕਰ ਸਕਦਾ। ਬਾਕੀ ਸਭ ਜਗ੍ਹਾ 'ਤੇ
ਅਸੀਂ ਇਸ ਢੰਗ ਨਾਲ ਪਲਾਨ ਕਰਦੇ ਸੀਗੇ ਕਿ ਮੈਂ ਛੁੱਟੀ ਆ ਰਿਹਾ ਤੇ ਉਹ ਨਾ ਆਉਣ, ਜੇ ਉਹ ਆ ਜਾਂਦੇ ਸੀ ਤੇ ਫਿਰ ਮੈਂ ਉਸ ਹਿਸਾਬ ਨਾਲ ਆਪਣੀ ਛੁੱਟੀ ਪਲਾਨ ਕਰ ਲੈਂਦਾ ਤਾਂ ਕਿ ਸਾਲ 'ਚ 3-4 ਵਾਰੀ ਮਿਲਣਾ ਹੋ ਜਾਵੇ ਪਰਿਵਾਰ ਦੇ ਨਾਲ। मैं इस चीज़ वास्ते बहुत गर्व और सम्मान महसूस करने आ कि मैं इतने बड़े ऑफिसर दी धर्मपत्नी हाँ। 32 ईयर्स असी आपस दे विच जीवन साथी के तौर पर असी बिताए है और कभी इस तरह नहीं फील होया कि तुसी देश वास्ते भी काम कर रहे हो, घर वास्ते भी, परिवार वास्ते भी। इन्हां दियां जो जिम्मेदारियां सी, पेरेंट्स दियां भी इवन जो रिस्पॉन्सिबिलिटीज़ सी, जो बच्चों दी सी, इन्हां ने पूरी तरह उन्होंने बहुत अच्छी तरह निभाया और कभी किसी नूं भी शिकायत का मौका नहीं दिता। कहते हैं ना, फौजी अपने परिवार वास्ते नहीं जींदे, अपने देश वास्ते जींदे आ, अपने ਉਹਦੇ ਵਾਸਤੇ ਕੰਮ, गाँव परिवार वास्ते काम करते हैं। इन्होंने वो भी काम करके दिखाया जिहदे ते सानू सारे परिवार नू बहुत ही गर्व है। मैंने उनके साथ बहुत सारी स्टेट्स घूमी हैं, 29 स्टेट्स में से कम हमने 20 स्टेट्स घूमी है। पूरा साउथ घूमा मैंने उनके साथ, बहुत इन्जॉय किया। उन्होंने हमें बहुत कुछ सिखाया है, बहुत कुछ दिखाया, बहुत सारी गेम्स सिखाई उन्होंने हमें। वो जब शाम को ऑफिस वगैरह जाते थे, ऑफिस से फ्री होते थे तो वो घर आते थे, मेरे को लेकर जाते थे कि आ जाओ बेटा तो मैं ये गेम सिखाता हूँ। गोल्फ सिखाया उन्होंने मेरे को, स्विमिंग सिखाई उन्होंने मेरे को, बहुत सारी गेम सिखाई उन्होंने। और जो मेरे फादर हैं वो बहुत स्ट्रिक्ट हैं, उन्होंने अपनी सारी सर्विस में बहुत स्ट्रिक्टनेस दिखाई है। जो भी काम करते थे बहुत सिंसियरली काम करते थे, अपने सारे काम टाइम टू टाइम करके देते थे, अपने सीनियर्स जो भी थे उनको। और बहुत नाइस नेचर है, कूल नेचर है, फ्रेंडली नेचर है। मिस्टर मधुसूदन शर्मा जी फोर्सिस ਦੇ ਵਿੱਚ ਰਹੇ ਨੇ ਹਮੇਸ਼ਾ, ਔਰ ਇਸੇ ਕਰਕੇ ਅਸੀਂ ਵੀ ਫੋਰਸਿਸ ਦੇ ਡਿਸਪਲਿਨ ਨੂੰ ਸਮਝਣ ਦੇ ਵਿੱਚ ਕਾਮਯਾਬ ਹੋਏ ਕਿ ਉਹਨਾਂ ਕੋਲ ਜਾ ਕੇ ਅਸੀਂ ਦੇਖਦੇ ਰਹੇ ਕਿ ਫੋਰਸਿਸ ਦੇ ਵਿੱਚ ਉਹ ਕਿਸ ਤਰ੍ਹਾਂ ਡੀਲ ਕਰਦੇ ਨੇ। ਅਸੀਂ ਦੇਖਿਆ ਕਿ ਹਮੇਸ਼ਾ ਅਸੀਂ ਹਰ ਸਟੇਸ਼ਨ ਤੇ ਉਹਨਾਂ ਕੋਲ ਗਏ ਹਾਂ, ਜਿੱਥੇ ਵੀ ਉਹਨਾਂ ਦੀ ਪੋਸਟਿੰਗ ਹੋਈ ਹੈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਰ ਜਗ੍ਹਾ ਤੇ ਜਾਈਏ ਔਰ ਮੋਸਟਲੀ ਗਏ ਹਾਂ ਔਰ ਜਾ ਕੇ ਹੀ ਦੇਖਿਆ ਮੋਸਟਲੀ ਕਿ ਕਿਸ ਤਰ੍ਹਾਂ ਫੋਰਸਿਸ ਜਿਹੜੀਆਂ ਨੇ ਹਰ ਵੇਲੇ ਦੇਸ਼ ਦੀ ਸੇਵਾ ਲਈ ਤਿਆਰ ਰਹਿੰਦੇ ਨੇ। ਭਈਆ ਤਾਂ ਖਾਸ ਕਰ ਅਸੀਂ ਦੇਖਦੇ ਹੁੰਦੇ ਸੀ ਫੁੱਲ ਡਿਸਿਪਲਿਨ, ਹਮੇਸ਼ਾ ਸਵੇਰ ਅਰਲੀ ਤਿਆਰ ਹੋਣਾ, ਸਾਰਿਆਂ ਨੂੰ ਪ੍ਰੋਪਰਲੀ ਮੈਨੇਜ ਕਰਨਾ ਪੂਰੇ ਕੈਂਪਸ ਨੂੰ। ਮਤਲਬ ਇਹ ਸਾਰਾ ਕੁਝ ਅਸੀਂ ਉਹਨਾਂ ਕੋਲ ਦੇਖਿਆ। ਵੈਸੇ ਦੇਸ਼ ਭਗਤੀ ਦੀ ਭਾਵਨਾ ਸਾਡੇ ਸਾਰੇ ਪਰਿਵਾਰ 'ਚ ਬਹੁਤ ਹੈ, ਸਾਰੇ ਹੀ ਅਸੀਂ ਬਹੁਤ ਆਪਣੇ ਦੇਸ਼ ਨਾਲ ਬਹੁਤ ਪਿਆਰ ਕਰਦੇ ਹਾਂ। ਪਰ ਮੇਨ ਚੀਜ਼ ਬਹੁਤ ਚੀਜ਼ਾਂ ਅਸੀਂ ਉਹਨਾਂ ਕੋਲੋਂ ਇਸ ਚੀਜ਼ਾਂ ਸਿੱਖੀਆਂ ਕਿ ਦੇਸ਼ ਭਾਵਨਾ ਕਿਸ ਤਰ੍ਹਾਂ ਪੈਦਾ ਹੁੰਦੀ ਹੈ। ਰਿਟਾਇਰਡ ਆਈਜੀ ਮਧੂਸੂਦਨ ਸ਼ਰਮਾ ਜੀ ਦੇ ਨਾਲ ਗੱਲਬਾਤ ਹੋ ਰਹੀ ਸੀ ਔਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਇੰਨੇ ਸੋਹਣੇ ਕਿੱਸੇ ਦੱਸੇ ਕਿ ਦਿਲ ਕਰਦਾ ਹੈ ਕਿ ਹੋਰ ਉਹਨਾਂ ਕੋਲ ਗੱਲਾਂ ਸੁਣੀਆਂ ਜਾਣ, ਪੁੱਛੀਆਂ ਜਾਣ। ਸ਼ਰਮਾ ਸਰ, ਜਿਵੇਂ ਜ਼ਿੰਦਗੀ ਦੇ ਵਿੱਚ ਨਾ ਕਹਿੰਦੇ ਕਿ ਕੋਈ ਨਾ ਕੋਈ ਇੱਦਾਂ ਦਾ ਇਨਸਾਨ ਹੋਣਾ ਚਾਹੀਦਾ ਹੈ ਜਿਹਨੂੰ ਤੁਸੀਂ ਕਾਪੀ ਕਰਦੇ ਹੋ, ਜਿਹਨੂੰ ਤੁਸੀਂ ਦੇਖ ਕੇ ਆਪਣੀ ਜ਼ਿੰਦਗੀ ਨੂੰ ਚੰਗੇ ਢੰਗ ਨਾਲ ਜਿਉਣ ਦੀ ਕੋਸ਼ਿਸ਼ ਕਰਦੇ ਹੋ। ਕਿਹਨੇ ਸਭ ਤੋਂ ਜ਼ਿਆਦਾ ਤੁਹਾਨੂੰ ਇਨਸਪਾਇਰਡ ਕੀਤਾ? ਕਿਹਦੀ ਸ਼ਖਸੀਅਤ ਤੋਂ ਤੁਸੀਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਏ ਸੀ? ਮੈਂ ਇਹਦੇ 'ਚ ਇਹ ਕਹਿਣਾ ਚਾਹਾਂਗਾ, ਇਹਦੇ ਵਿੱਚ ਪ੍ਰੇਰਨਾ ਦੇਣ ਦੇ ਮਾਮਲੇ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਹੱਥ ਮੇਰੇ ਪੇਰੈਂਟਸ ਦਾ ਰਿਹਾ, ਖਾਸ ਕਰਕੇ ਮੇਰੇ ਫਾਦਰ ਦਾ, ਜਿਹੜੇ 1950-52 ਦੇ ਲਗਭਗ ਇੱਕ ਬੜੇ ਰਿਮੋਟ ਪਿੰਡ ਵਿੱਚੋਂ ਉੱਠ ਕੇ ਸ਼ਹਿਰ ਵੱਲ ਨੂੰ ਆਏ। ਉਹਨਾਂ ਨੇ ਅੱਗੇ ਤਰੱਕੀਆਂ ਕੀਤੀਆਂ, ਅੱਗੇ ਉੱਚੀਆਂ ਬੁਲੰਦੀਆਂ ਨੂੰ ਉਹਨਾਂ ਨੇ ਟੱਚ ਕੀਤਾ। ਉਹ ਹਮੇਸ਼ਾ ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਕਾਕਾ, ਮਿਹਨਤ ਤੋਂ ਇਲਾਵਾ ਕੋਈ ਸ਼ਾਰਟਕਟ ਹੈ ਨਹੀਂ ਸਕਸੈਸ ਲਈ। ਜਿਹੜਾ ਕਿ ਮੈਂ ਹੁਣ ਵੀ ਲੈ ਕੇ ਚੱਲਦਾ ਕਿ ਦੇयर इज नो ਸ਼ਾਰਟਕਟ ਟੂ ਸਕਸੈਸ। ਇਹੀ ਗੱਲ ਮੈਨੂੰ ਉਹਨਾਂ ਦੀ ਹਮੇਸ਼ਾ ਪ੍ਰੇਰਨਾ ਦਿੰਦੀ ਸੀਗੀ ਕਿ ਜੇ ਸਕਸੈਸ ਹੋਣਾ ਹੈ, ਸਫਲ ਹੋਣਾ ਜ਼ਿੰਦਗੀ ਦੇ ਵਿੱਚ, ਤੇ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ। ਬਸ ਇਹੀ ਪ੍ਰੇਰਨਾ ਮੈਨੂੰ ਹਮੇਸ਼ਾ ਦਿੰਦੇ ਰਹੇ। ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਮੁਕਾਮਾਂ ਤੇ ਪਹੁੰਚੇ ਹੋ, ਅਲੱਗ-ਅਲੱਗ ਤੁਹਾਡੀ ਜਗ੍ਹਾ ਤੇ ਪੋਸਟਿੰਗ ਵੀ ਹੋਈ ਹੈ, ਤੇ ਉਹ ਸਾਰਾ ਕੁਝ ਐਕਸਪੀਰੀਅੰਸ ਇਕੱਠਾ ਕਰਕੇ ਮਤਲਬ ਅੱਜ ਜ਼ਿੰਦਗੀ ਦੇ ਉਸ ਪੜਾਅ ਵਿੱਚ ਹੋ ਜਿੱਥੇ ਤੁਹਾਡੇ ਤੋਂ ਬਹੁਤ ਲੋਕ ਸਿੱਖਦੇ ਹੋਣਗੇ, ਸ਼ਖਸੀਅਤ ਵਿੱਚ ਕਿਹੜੇ-ਕਿਹੜੇ ਗੁਣ ਭਰ ਲਏ ਸੀ? ਲੋਕੀ ਦੱਸਦੇ ਸੀਗੇ ਕਿ ਟਫ ਹੈ, ਸਟ੍ਰਿਕਟ ਹੈ, ਲੇਕਿਨ ਦੋਸਤਾਨਾ ਹੈ, ਦੋਸਤ ਹੈਗਾ ਔਰ ਕਿਸੇ ਦਾ ਬੁਰਾ ਨਹੀਂ ਸੋਚਦਾ, ਹਮੇਸ਼ਾ ਤਿਆਰ ਰਹਿੰਦਾ ਹੈ ਜਵਾਨਾਂ ਨੂੰ, ਆਪਣੇ ਕੁਲੀਗਸ ਨੂੰ ਮਦਦ ਕਰਨ ਲਈ। ਲੇਕਿਨ ਜਿੱਥੇ ਕਿਤੇ ਗਲਤ ਹੈਗਾ ਜਾਂ ਕੋਈ ਹੇਰਾਫੇਰੀ ਹੋ ਰਹੀ ਜਾਂ ਗਲਤ ਹੋ ਰਿਹਾ, ਉੱਥੇ ਬਹੁਤ ਸਟ੍ਰਿਕਟ ਕਿਹਾ ਜਾਂਦਾ ਸੀਗਾ। ਜਦ ਕਿ ਮੈਂ ਕਦੀ ਇੱਦਾਂ ਦੀ ਚੀਜ਼ ਮਹਿਸੂਸ ਨਹੀਂ ਕੀਤੀ। ਲੇਕਿਨ ਸਰਵਿਸ ਦੇ ਦੌਰਾਨ ਕਈ ਇੱਦਾਂ ਦੇ ਸਿਚੁਏਸ਼ਨ ਆਈਆਂ ਜਿੱਦਾਂ ਲੋਕਾਂ ਨੇ ਕਿਹਾ, ਬਾਅਦ ਵੀ ਦੱਸਦੇ ਸੀਗੇ ਕਿ ਸਟ੍ਰਿਕਟ ਤੇ ਹੈਗਾ ਲੇਕਿਨ ਹੈ ਦੋਸਤ।
ਹੁਣ ਗੱਲ ਕਰਦੇ ਹਾਂ ਤੁਹਾਡੇ ਆਪਣੇ ਸ਼ੌਂਕਾਂ ਦੀ। ਕਿਹੜੀਆਂ ਹੌਬੀਜ਼ ਨੇ ਰਹੀਆਂ ਨੇ ਤੁਹਾਡੀਆਂ, ਤੇ ਹੁਣ ਆਫਟਰ ਰਿਟਾਇਰਮੈਂਟ ਕੀ ਕੁਝ ਕਰਦੇ ਹੋ? ਸਰਵਿਸ ਦੇ ਦੌਰਾਨ ਤੇ ਮੇਰੀ ਜੋ ਮੇਨਲੀ ਹੌਬੀ ਸੀਗੀ ਆ ਸਪੋਰਟਸ ਹੀ ਸੀਗਾ। ਮੈਂ ਲਾਨ ਟੈਨਿਸ ਖੇਲਦਾ ਸੀਗਾ, ਬੈਡਮਿੰਟਨ ਖੇਲਦਾ ਸੀਗਾ। ਬੈਡਮਿੰਟਨ 'ਚ ਤਾਂ ਮੈਂ NSG ਦੀ ਟੀਮ 'ਚ ਵੀ ਸੀਗਾ, ਆਲ ਇੰਡੀਆ ਪੁਲਿਸ ਗੇਮਸ ਖੇਲੀਆਂ ਭੋਪਾਲ, ਦਿੱਲੀ। ਓਕੇ। ਤੇ ਸਾਈਕਲਿੰਗ ਪਿਕਅਪ ਕੀਤੀ ਮੈਂ ਜਦੋਂ ਬੈਂਗਲੌਰ ਪੋਸਟਡ ਸੀਗਾ, ਤਾਂ ਬੈਂਗਲੌਰ ਤੋਂ ਹੈਦਰਾਬਾਦ ਤੱਕ ਅਸੀਂ 1-3 ਦਿਨ 'ਚ ਸਫ਼ਰ ਕੀਤਾ। ਜਦੋਂ ਭੁਵਨੇਸ਼ਵਰ ਸੀਗਾ, ਭੁਵਨੇਸ਼ਵਰ ਤੋਂ ਪੁਰੀ ਐਂਡ ਬੈਕ। ਜਦੋਂ ਇੱਥੇ ਮੈਂ ਜਲੰਧਰ ਆਇਆ ਤੇ ਜਲੰਧਰ ਦੇ ਆਲੇ ਦੁਆਲੇ ਜਿੱਦਾਂ ਬਾਗਾ ਬਾਰਡਰ ਅਟਾਰੀ ਚਲੇ ਗਏ, ਜਾਂ ਭਗਤ ਸਿੰਘ ਦੀ ਜਿੱਥਾ ਜੱਦੀ ਪਿੰਡ ਹੈਗਾ ਉੱਥੇ ਗਏ, ਤੇ ਦਸੂਏ ਤੱਕ ਜਾ ਕੇ ਵਾਪਸ ਅਸੀਂ ਆਉਂਦੇ ਹੁੰਦੇ। ਜਦੋਂ ਹੁਸ਼ਿਆਰਪੁਰ ਆਇਆ ਤੇ ਹੁਸ਼ਿਆਰਪੁਰ ਤੋਂ ਲੈ ਕੇ ਮੇਰਾ ਪਿੰਡ ਉੱਥੋਂ ਕੋਈ 60-65 ਕਿਲੋਮੀਟਰ ਹੈਗਾ, ਉੱਥੇ ਅਸੀਂ ਸਾਰੇ ਸਾਈਕਲਿੰਗ ਕਰਨ ਜਾਂਦੇ ਸੀ। ਹੁਣ ਵੀ ਰਿਟਾਇਰਮੈਂਟ ਤੋਂ ਬਾਅਦ ਵੀ ਮੈਂ ਤੇ ਮੇਰਾ ਬੇਟਾ ਤੇ ਮੇਰਾ ਛੋਟਾ ਬ੍ਰਦਰ ਅਸੀਂ ਟਵਾਈਸ ਅ ਵੀਕ ਨਿਕਲ ਜਾਂਦੇ ਆ। ਵਰਕਿੰਗ ਡੇਜ਼ ਤਾਂ ਅਸੀਂ ਥੋੜਾ ਕਰਦੇ ਆ, ਲੇਕਿਨ ਸੰਡੇ ਨੂੰ ਅਸੀਂ ਲੰਬਾ 70-80 ਕਿਲੋਮੀਟਰ ਚੱਕਰ ਮਾਰ ਕੇ ਆਉਂਦੇ ਆ। ਵਾਹ। ਤੇ ਗੋਲਫ ਮੇਰੀ ਹੈਗੀ ਸੀ, ਗੋਲਫ ਮੈਂ ਖੇਲਦਾ ਰਿਹਾ। ਓਕੇ। ਇਹ ਮੇਰੀਆਂ ਹੌਬੀਜ਼ ਹੈਗੀਆਂ। ਬਹੁਤ ਸਾਰੇ ਦਰਸ਼ਕ ਤੁਹਾਨੂੰ ਵੇਖ ਰਹੇ ਨੇ, ਜਾਂਦੇ ਕੁਝ ਜਿਹੜਾ ਇੱਕ ਮੈਸੇਜ ਜੋ ਅੱਜ ਦੀ ਯੁਵਾ ਪੀੜ੍ਹੀ ਹੈਗੀ ਆ, ਅੱਜ ਦਾ ਯੂਥ ਹੈਗਾ ਆ, ਉਹ ਅਸੀਂ ਕਹਿੰਦੇ ਆ ਕਿ ਸ਼ਾਰਟਕਟ ਲੱਭਦੇ ਨੇ ਮਿਹਨਤ ਕਰਨ ਦੇ ਲਈ, ਹੈ ਨਾ, ਕਰਨਾ ਨਹੀਂ ਪਸੰਦ ਕਰਦੇ ਜ਼ਿਆਦਾ। ਉਹ ਕਹਿੰਦੇ ਨੇ ਕਿ ਅਸੀਂ ਜ਼ਿਆਦਾ ਹਾਰਡ ਵਰਕ ਨਹੀਂ ਕਰ ਸਕਦੇ, ਜਲਦੀ ਸਾਨੂੰ ਉਹ ਚੀਜ਼ਾਂ ਮਿਲ ਜਾਣ, ਅਸੀਂ ਥੋੜ੍ਹੀ ਬਹੁਤੀ ਮਿਹਨਤ ਕਰੀਏ, ਉਹ ਜਲਦੀ ਸਾਨੂੰ ਪ੍ਰਾਪਤ ਹੋ ਜਾਵੇ। ਕੀ ਕਹਿਣਾ ਚਾਹੁੰਦੇ ਹੋ ਆਪਣੇ ਐਕਸਪੀਰੀਅੰਸ ਤੋਂ? ਜਿੱਦਾਂ ਤੁਹਾਡੇ ਨਾਲ ਮੈਂ ਹੁਣੇ ਗੱਲ ਕੀਤੀ ਕਿ ਮੇਰੇ ਫਾਦਰ ਵੀ ਕਹਿੰਦੇ ਸੀ ਕਿ ਕਾਕਾ ਮਿਹਨਤ ਦੇ ਬਿਨਾ ਸਫਲਤਾ ਨਹੀਂ ਮਿਲਣੀ। ਸੋ ਹੀ ਇੱਕ ਸੇਇੰਗ ਵੀ ਹੈਗੀ, ਕਹਿੰਦੇ ਵੀ ਹੈਗੇ ਕਿ ਦੇयर ਇਜ਼ ਨੋ ਸ਼ਾਰਟਕਟ ਟੂ ਸਕਸੈਸ, ਯੂ ਹੈਵ ਟੂ ਕਮ ਆਊਟ ਫਰੋਮ ਯੋਰ ਕੰਫਰਟ ਜ਼ੋਨਸ। ਜੇ ਸਕਸੈਸ ਲੈਣੀ ਹੈ, ਜੇ ਸਫਲ ਹੋਣਾ ਹੈ, ਕੁਝ ਹਾਸਿਲ ਕਰਨਾ ਹੈ, ਤੁਹਾਨੂੰ ਫੀਲਡ 'ਚ ਜਾਣਾ ਪੈਣਾ ਹੈ, ਬਾਹਰ ਨਿਕਲਣਾ ਪੈਣਾ ਹੈ, ਬੰਦ ਕਮਰੇ ਛੱਡਨੇ ਪੈਣੇ, AC ਰੂਮ 'ਚੋਂ ਨਿਕਲਣਾ ਪੈਣਾ, ਮੋਬਾਈਲ ਬੰਦ ਕਰਨੇ ਪੈਣੇ, ਡਰੱਗਸ ਛੱਡਣੀ ਪੈਣੀ ਹੈ, ਅਦਰਵਾਈਜ਼ ਤੁਹਾਨੂੰ ਸਫਲਤਾ ਨਹੀਂ ਮਿਲੇਗੀ। ਜੇ ਸੋਚੋ ਕਿ ਬਿਨਾਂ ਕੁਝ ਕੀਤਿਆਂ ਤੁਹਾਨੂੰ ਹਾਸਿਲ ਹੋ ਜਾਏ ਤਾਂ ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ ਔਰ ਬਹੁਤ ਟਫ ਹੈ ਫਿਰ। ਬਿਲਕੁਲ। ਬਹੁਤ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ। ਉਮਰਾਂ ਦੇ ਪੈਂਡੇ ਵਿੱਚ ਅਸੀਂ ਬਹੁਤ ਸਾਰੇ ਤੁਹਾਡੀ ਉਮਰਾਂ ਦੇ ਉਹ ਵੱਖ-ਵੱਖ ਵਰਕਿਆਂ ਨੂੰ ਫੋਲਿਆ, ਜਿੱਥੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ, ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਧੰਨਵਾਦ ਤੁਹਾਡਾ।